22 जनवरी ਨੂੰ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੈਕਟਿਵ ਦੀ ਚੋਣ ਹੋਈ ਸੀ। ਜਿਸ ਤਰ੍ਹਾਂ 12 ਘੰਟੇ ਇਹਨਾਂ ਨੇ ਸਰਕਾਰੀ ਅਫਸਰਾਂ ਨਾਲ ਮਿਲ ਕੇ ਜੋ ਖਰਾਬੀ ਕੀਤੀ ਔਰ ਜਿਸ ਤਰ੍ਹਾਂ ਪੁਲਿਸ ਦੀ ਮੁਖਾਲਫਤ ਤੋਂ ਬਾਅਦ ਇਹਨਾਂ ਨੇ ਚੋਣ ਕਰਾਈ, ਇਹ ਕੁਰਸੀਆਂ ਤੇ ਬੈਠੇ, ਇਸ ਗੱਲ ਦਾ ਇਲਮ ਤੁਹਾਨੂੰ ਸਾਰਿਆਂ ਨੂੰ ਹੈਗਾ। ਅਸੀਂ ਤਕਰੀਬਨ 15 ਦਿਨਾਂ ਬਾਅਦ ਇਲੈਕਸ਼ਨ ਪਟੀਸ਼ਨ ਜਿਹੜੀ ਸੀ ਉਹ ਹਾਈ ਕੋਰਟ 'ਚ ਪਾਈ ਸੀ। ਇਲੈਕਸ਼ਨ ਪਟੀਸ਼ਨਾਂ ਸਾਡੀਆਂ ਦੋ ਸਨ। ਇੱਕ ਸੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਵੱਲੋਂ, ਜਿਹਦਾ ਮੈਂ ਪ੍ਰਧਾਨ ਹਾਂ। ਇੱਕ ਸੀ ਹਰਵਿੰਦਰ ਸਿੰਘ ਸਰਨਾ ਵੱਲੋਂ। ਇੱਕ ਦੋ ਸੁਣਵਾਈਆਂ ਤੋਂ ਬਾਅਦ ਜੱਜ ਸਾਹਿਬ ਨੂੰ ਕੋਈ ਹੈ ਸੀ ਬਈ ਇਲੈਕਸ਼ਨ ਪਟੀਸ਼ਨ ਜਿਹੜੀ ਹੈਗੀ ਇਹ ਸੈਸ਼ਨ 'ਚ ਪਾਈ ਜਾ ਸਕਦੀ ਹੈ ਜਾਂ ਡਿਸਟ੍ਰਿਕਟ ਸੈਸ਼ਨ 'ਚ ਪਾਈ ਜਾ ਸਕਦੀ ਹੈ। ਪਰ ਸਾਡੇ ਵਕੀਲਾਂ ਨੇ ਸੁਪਰੀਮ ਕੋਰਟ ਦੀ ਜੱਜਮੈਂਟ ਲਿਆ ਕੇ ਉਹਨਾਂ ਦੇ ਰੱਖੀ ਬਈ ਜਿਹੜੀ ਕੰਸਰਨਡ ਪਾਰਟੀਜ਼ ਹੁੰਦੀਆਂ, ਪੋਲੀਟੀਕਲ ਪਾਰਟੀਜ਼ ਹੁੰਦੀਆਂ, ਉਹ ਇਲੈਕਸ਼ਨ ਪਟੀਸ਼ਨ ਪਾ ਸਕਦੀਆਂ। ਜੱਜ ਸਾਹਿਬ ਨੇ ਉਸ ਸੁਪਰੀਮ ਕੋਰਟ ਦੀ ਜੱਜਮੈਂਟ ਨੂੰ ਮੰਨ ਕੇ ਆਧਾਰ 'ਤੇ ਆਪਣੀ ਗੱਲ ਕੀਤੀ। ਇਨ ਦਾ ਮੇਨ ਟਾਈਮ ਇਹਨਾਂ ਨੇ ਬੜੀਆਂ ਕੋਸ਼ਿਸ਼ਾਂ ਕੀਤੀਆਂ ਵੀ ਕਿਸੇ ਤਰੀਕੇ ਇਹ ਮਾਮਲਾ ਡਿਲੇ ਹੁੰਦਾ ਜਾਏ। ਕਦੀ ਇਹਨਾਂ ਦਾ ਵਕੀਲ ਬਿਮਾਰ ਪੈ ਜਾਏ, ਕਦੀ ਕਿ ਮੈਂ ਦੂਸਰੀ ਕੋਰਟ 'ਚ ਹਾਂ। ਪਰ ਮਈ ਦੇ ਵਿੱਚ 4 ਮਈ ਦੀ ਡੇਟ ਸੀ, 6 ਮਈ ਪਈ। 6 ਮਈ ਵੀ ਇਹਨਾਂ ਨੇ ਬਹਾਨੇ ਲਾਏ ਤਾਂ 10 ਮਈ ਨੂੰ ਜੱਜ ਸਾਹਿਬ ਨੇ ਆਰਡਰ ਕਰਤਾ ਕਿ ਉਸ ਦਿਨ ਸਾਰੀਆਂ ਪਾਰਟੀਆਂ ਇੱਥੇ ਹਾਜ਼ਰ ਹੋਣ। ਉਸ 10 ਮਈ ਦੀ ਤਰੀਕ ਨੂੰ ਉਹਨਾਂ ਨੇ ਆਰਡਰ ਕਰ ਦਿੱਤੇ, ਆਪਣੇ ਆਰਡਰ ਦੇ ਦਿੱਤੇ। ਹਾਲੇ ਆਰਡਰ ਜਿਹੜੇ ਸਨ ਉਹਦੀਆਂ ਕਾਪੀਆਂ ਬਾਹਰ ਨਹੀਂ ਸਨ ਆਈਆਂ ਤੇ ਦਿੱਲੀ ਕਮੇਟੀ ਦੇ ਜਿਹੜੇ ਕਾਰਜਕਾਰੀ ਦਲ ਦੇ ਚੇਅਰਮੈਨ ਹੈਗੇ ਤੇ ਪ੍ਰਧਾਨ ਸਾਹਿਬ, ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ। ਪ੍ਰੈਸ ਕਾਨਫਰੰਸ ਦੇ ਵਿੱਚ ਜਿਵੇਂ ਇਹ ਜਨਮ ਜਮਾਨ ਤੋਂ ਝੂਠ ਔਰ ਕੁਫਰ ਤੋਲਣ ਦੇ ਆਦੀ ਹੈਗੇ, ਔਰ ਮੇਰੇ ਖਿਆਲ ਸ਼ਾਇਦ ਇਹਦੇ ਘਰ ਵਾਲਿਆਂ ਨੇ ਜਦ ਇਹ ਜੰਮਿਆ ਸੀ ਤੇ ਮੂੰਹ 'ਚ ਪਾਉਂਦੇ ਨੇ ਪਹਿਲੀ ਗਰਾਈ ਬਈ ਉਹ ਬੰਦਾ ਠੀਕ ਰਹੇ। ਜਿਹੜੇ ਇਹਨਾਂ ਦੇ ਖਾਨਦਾਨ ਸਭ ਤੋਂ ਝੂਠ ਵਾਲੇ ਸੀ ਉਹਦੇ ਮੂੰਹ 'ਤੇ ਕੁੜਤੀ ਦਿੱਤੀ। ਤੇ ਮੈਂ ਦੇਖ ਰਿਹਾ ਪਿਛਲੇ 15-20 ਸਾਲਾਂ ਤੋਂ ਝੂਠ ਤੋਂ ਇਲਾਵਾ, ਕੁਫਰ ਤੋਂ ਇਲਾਵਾ ਇਹਨਾਂ ਕੋਲ ਕੋਈ ਨਹੀਂ। ਇਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਕਹਿਤਾ ਕਿ ਇਹ ਜਿਹੜੀ ਪਟੀਸ਼ਨ ਹੈਗੀ ਇਹ ਹਾਰ ਗਏ ਜੀ, ਹਰਵਿੰਦਰ ਸਿੰਘ ਸਰਨਾ ਨੱਸ ਗਿਆ ਜੀ ਔਰ ਅਸੀਂ ਜਿੱਤ ਗਏ ਸੀ। ਇਹ ਆਪਣੇ ਆਪ ਨੂੰ ਬੜਾ ਵਕੀਲ ਮੁਕਲ ਰੋਹਤਗੀ ਦਾ ਅਸਿਸਟੈਂਟ ਸਮਝਣ ਵਾਲਾ ਇਹਨਾਂ ਦਾ ਜਨਰਲ ਸਕੱਤਰ ਕਾਲੋਂ ਉਹ ਵੀ ਬੜੀਆਂ ਸਫਾਈਆਂ ਪੇਸ਼ ਕਰਨ ਲੱਗਾ। ਪਰ ਅੱਜ ਇਹਨਾਂ ਦਾ ਝੂਠ ਔਰ ਕੁਫਰ ਜੋ ਹੈ ਮੈਂ ਤੁਹਾਡੇ ਸਾਹਮਣੇ ਲਿਆਂਦਾ ਵਾਂ। ਤੁਸੀਂ ਜਿਹੜੀ ਜੱਜਮੈਂਟ ਆਈ ਹੈ 4 ਵਰਕਿਆਂ ਦੀ, ਉਹਦੇ ਲਾਸਟ ਪਾਰਟ 1 ਤੋਂ ਤੁਸੀਂ ਇਹ ਦੇਖ ਲਓ। ਪੈਰਾ ਨੰਬਰ 4 ਦੇ ਵਿੱਚ वर्डिंग सुनने वाली हैगी, देखने पढ़ने वाली है। इन माई व्यू द पटिशन नंबर 2 प्लीज टू सीक विड्रॉल ऑफ रिट पटिशन ऑफ द पटिशन नंबर 2 with liberty to approach the London district judge in terms of rule 17 of the DAGMC rules within 10 days reserved to be allowed. It is therefore made clear that in case the election petition is preferred by the petition number 2 within 10 days from today, the same will be considered on its own merits and will not be rejected on the ground of limitation. मतलब ये नहीं भी 4 महीने बाद अगर वो पा रहा है तो डिस्ट्रिक्ट कोर्ट उसको रिजेक्ट नहीं कर सकती। हाई कोर्ट ने आर्डर कर दिता कि ये इलैक्शन पटिशन अगर डिस्ट्रिक्ट जज अपनी मर्जी अनुसार पाते
ਤਾਂ ਉਸਨੂੰ ਉਸ ਬੇਸ ਦੇ ਉੱਤੇ ਰਿਜੈਕਟ ਨਹੀਂ ਕੀਤਾ ਜਾਏਗਾ। ਫਿਰ ਉਸ ਤੋਂ ਬਾਅਦ ਪੈਰਾ ਨੰਬਰ 5 ਦੇ ਵਿੱਚ दूसरी लाइन लिखते हैं, इट विल बी ओपन फॉर द सेड पिटिशनर टू रेज all grounds including the grounds raised in the present petition in appropriate proceedings। मतलब ਜਿਹੜੀਆਂ ਗਰਾਊਂਡ ਅਸੀਂ ਉਹਨਾਂ ਦਿੱਤੀਆਂ ਉਹਨਾਂ ਗਰਾਊਂਡ ਦੇ ਉੱਤੇ ਉਹ ਡਿਸਟ੍ਰਿਕਟ ਸੈਸ਼ਨ ਵਿੱਚ ਜਾ ਸਕਦੇ ਹਨ, ਸੈਸ਼ਨ ਕੋਰਟ ਵਿੱਚ ਜਾ ਸਕਦੇ ਹਨ। 6ਵੇਂ ਨੰਬਰ 'ਚ ਇਹ ਮੈਂ ਤੁਹਾਨੂੰ ਮੋਟੀਆਂ ਗੱਲਾਂ ਦੱਸ ਰਿਹਾ, ਬਾਕੀ ਤੁਸੀਂ ਪੜ੍ਹ ਲਓ। ਇਨ ਸੋ ਫਾਰ ਦਾ ਪਟੀਸ਼ਨ ਨੰਬਰ 1 ਇਜ਼ ਕੰਸਰਨਡ, ਹੁਣ ਜਿਹੜੇ ਇਹਨਾਂ ਨੂੰ ਅੰਗਰੇਜ਼ੀ ਵੀ ਨਹੀਂ ਆਉਂਦੀ ਤੇ ਮੁਕਲ ਰੋਦਗੀ ਦੇ ਸਿਸਟਮ ਬਣੇ ਹੋਏ ਉਹਨਾਂ ਨੂੰ ਪੜ੍ਹਾ ਦਿਓ। ਇਨ ਸੋ ਫਾਰ ਦਾ ਪਟੀਸ਼ਨ ਨੰਬਰ 1 ਇਜ਼ ਕੰਸਰਨਡ, Mr. Tanmay Mehta submits that the said petition, despite being aggrieved in the highly illegal manner in which the said elections of by were held, has no other remedy, especially in these extraordinary circumstances when the election was held in a wholly illegal manner. In respect of this plea, he places reliance on the decision of Apex Court Bharat Reddy vs State of Karnataka and other 2018-12 SCC Supreme Court ਦਾ ਆਰਡਰ ਹੈਗਾ, ਆਰਡਰ ਨੰਬਰ 61। Issue notice land council for the respondents accept notice। ਉਹਨਾਂ ਕਿਹਾ ਇਸ਼ੂ ਨੋਟਿਸ ਜਿਹੜੇ ਹੈਗੇ ਇਹਨਾਂ ਨੂੰ ਸਾਰਿਆਂ ਨੂੰ ਇਸ਼ੂ ਕਰਤੇ ਜਾਣ। Counter affidavit be filed within 4 weeks. It will be open for the respondents to take the objection of maintainability in their counter affidavits. Rejoinder thereto to file within 4 weeks thereafter. List on 29/8/2022। ਇਸ ਤੋਂ ਬਾਅਦ ਵੀ ਅਗਰ ਉਹਨਾਂ ਨੂੰ ਸਮਝ ਨਹੀਂ ਆਉਂਦੀ ਔਰ ਝੂਠ ਔਰ ਕੁਫਰ ਬੋਲਦੇ ਪੈਣ, ਗੱਲ ਬੜੀ ਕਲੀਅਰ ਹੈ। ਇਹ ਕਹਿੰਦੇ ਜੀ ਇਹਨਾਂ ਨੇ ਸੋਚਿਆ ਬਈ ਜੇ ਅਸੀਂ ਇਹ ਝੂਠ ਔਰ ਕੁਫਰ ਨਾ ਤੋਲਿਆ, ਜਿਹੜੀ ਇਹਨਾਂ ਨੂੰ ਇੱਕ ਪੈਸਾ ਉਮੀਦ ਨਹੀਂ ਸੀ ਕਿ ਹਾਈ ਕੋਰਟ ਸਾਡੀ ਪਟੀਸ਼ਨ ਐਕਸੈਪਟ ਕਰੇਗੀ, ਉਹ ਉਹਨਾਂ ਨੂੰ ਉਮੀਦ ਸੀ ਵੀ ਰਿਜੈਕਟ ਹੋਏਗੀ, ਇਹ ਨਹੀਂ ਬਣਦੀ। ਉਸ ਤੋਂ ਬਾਅਦ ਇਹਨਾਂ ਨੇ ਕਿਹਾ ਵੀ ਸਾਡੇ ਮੈਂਬਰ ਦੇ ਖਿੰਡਪੁੜ ਜਾਣਗੇ। ਉਹਨਾਂ ਨੂੰ ਬਚਾਉਣ ਦੇ ਲਈ ਇਹਨਾਂ ਨੇ ਪਰਸੋਂ ਦੀ ਪ੍ਰੈਸ ਕਾਨਫਰੰਸ ਝੂਠ ਔਰ ਕੁਫਰ ਤੋਲਿਆ। ਸਾਨੂੰ ਇਹਨਾਂ ਗੱਲਾਂ ਦਾ ਪਤਾ ਸੀ, ਪਰ ਜਦ ਤੱਕ ਸਾਡੇ ਕੋਲ ਫੈਸਲਾ ਹੱਥ ਵਿੱਚ ਨਾ ਆ ਜਾਏ, ਫਿਰ ਕੱਲ੍ਹ ਸਾਡਾ ਅੰਮ੍ਰਿਤਸਰ ਜਾਣਾ ਬਹੁਤ ਜ਼ਰੂਰੀ ਸੀ, ਅਸੀਂ ਅੰਮ੍ਰਿਤਸਰ ਗਏ। ਇਸ ਲਈ ਅੱਜ ਅਸੀਂ ਤੁਹਾਡੇ ਨਾਲ ਪ੍ਰੈਸ ਕਾਨਫਰੰਸ ਆਪਣੇ ਵਿਚਾਰ ਔਰ ਜੋ ਕੋਰਟ ਨੇ ਫੈਸਲਾ ਕੀਤਾ ਉਹ ਸਾਂਝੇ ਕਰ ਰਹੇ ਹਾਂ। ਮੈਂ ਸਮਝਦਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀ ਪਵਿੱਤਰ ਸੰਸਥਾ ਦੇ ਉੱਤੇ ਪ੍ਰਧਾਨ ਤੇ ਜਨਰਲ ਸਕੱਤਰ ਝੂਠ ਔਰ ਕੁਫਰ ਤੋੜਨ ਔਰ ਉਹ ਸਾਹਮਣੇ ਪਕੜੇ ਜਾਣ, ਇਹਨਾਂ ਦੀਆਂ ਚੋਰੀਆਂ ਚਕਾਰੀਆਂ ਡਕੈਤੀਆਂ ਸਭ ਸਾਹਮਣੇ ਨੇ। ਇਹਨਾਂ ਨੂੰ ਫੌਰਨ ਆਪਣੇ ਇਸ ਪ੍ਰੈਸ ਕਾਨਫਰੰਸ ਤੋਂ ਬਾਅਦ ਅਸਤੀਫੇ ਦੇਣੇ ਚਾਹੀਦੇ ਨੇ। ਇਹਨਾਂ ਦਾ ਕੋਈ ਹੱਕ ਨਹੀਂ ਰਹਿ ਗਿਆ ਔਰ ਬਹੁਤ ਛੇਤੀ ਜਿਹੜੇ ਹੈ ਇਹਨਾਂ ਨੂੰ ਅਸਤੀਫੇ ਦੇਣੇ ਪੈਣਗੇ। ਔਰ ਜਿਹੜਾ ਬੰਦਾ ਇਹਨਾਂ ਧਾਰਮਿਕ ਸੰਸਥਾਵਾਂ ਦੇ ਝੂਠ ਔਰ ਕੁਫਰ ਤੋਲੇ ਉਹਨੂੰ ਰਹਿਣ ਦਾ ਕੋਈ ਹੱਕ ਨਹੀਂ ਰਹਿ ਗਿਆ। ਨੋਟਿਸ ਤੇ ਜਿਹੜੀਆਂ ਹੈਗੀਆਂ ਦਿੱਲੀ ਕਮੇਟੀ ਨੂੰ ਹੋਇਆ, ਦਿੱਲੀ ਸਰਕਾਰ ਨੂੰ ਹੋਇਆ ਔਰ ਡਾਇਰੈਕਟਰ ਆਫ ਗੁਰਦੁਆਰਾ ਨੂੰ ਹੋਇਆ। ਕੀਤੇ ਨਹੀਂ ਕੀਤੇ 4 ਹਫ਼ਤੇ ਪਤਾ ਚੱਲ ਜਾਏਗਾ। ਬੜੀ ਸਪਸ਼ਟ ਗੱਲ ਹੈਗੀ। ਸ਼ੀ ਹੈਜ਼ ਗਿਵਨ ਐਂਪਲ ਟਾਈਮ। ਇਹ ਨਹੀਂ ਕਿ 7 ਦਿਨ ਦਾ ਨੋਟਿਸ ਹੈ ਅਸੀਂ ਮਗਰ ਲੱਗ ਜਾਏ ਵੀ ਤੁਹਾਨੂੰ ਨੋਟਿਸ ਇਸ਼ੂ ਹੋਇਆ ਨਹੀਂ ਹੋਇਆ। ਸ਼ਾਰਟ ਟਾਈਮ ਦੇ ਉੱਤੇ ਪਟੀਸ਼ਨ ਦੁਆਰਾ ਪਰਸਿਊ ਕਰਦਾ ਵੀ ਨੋਟਿਸ ਇਸ਼ੂ ਨਹੀਂ ਹੋਇਆ। ਇਹ ਤੇ 4 ਹਫ਼ਤੇ ਵੇ ਐਂਪਲ ਟਾਈਮ ਹੈਗਾ, ਜ਼ਰੂਰ ਇਸ਼ੂ ਕਰਨਗੇ। ਨਹੀਂ ਕਰਨਗੇ ਤਾਂ ਦੇਖਣਾ 2 ਦਿਨ 'ਚ ਕੰਮ ਹੋ ਜਾਏਗਾ। ਹਾਂਜੀ
ਉਹਨਾਂ ਕਿਹਾ ਹੈ ਕਿ ਡਿਸਟ੍ਰਿਕਟ ਕੋਰਟ ਨੇ ਕਿ ਹਰਵਿੰਦਰ ਸਿੰਘ ਤਰਨਾ ਜਾ ਸਕਦੇ ਹਨ। ਜਾ ਸਕਦੇ ਆ ਤੇ ਕੀ ਹੱਲੇ ਦੀ ਜਾਓਗੇ ਜਾਂ ਹੱਲੇ ਤੁਸੀਂ ਕੋਈ ਫੈਸਲਾ? ਇਹ ਸਾਡੀ ਲੀਗਲ ਟੀਮ ਫੈਸਲਾ ਕਰੇਗੀ, ਅਸੀਂ ਨਹੀਂ ਕਰਨਾ, ਕਿਉਂਕਿ ਅਸੀਂ ਕੱਲ ਬਾਹਰ ਸਾਂ, ਅੱਜ ਆਏ ਹਾਂ, ਅੱਜ ਸਵੇਰੇ ਉੱਠ ਕੇ ਤੁਹਾਡੇ ਕੋਲ ਆ ਗਏ ਹਾਂ। ਜੋ ਸ਼ਾਮ ਨੂੰ ਸਾਡੀ ਮੀਟਿੰਗ ਹੈਗੀ, ਜੋ ਸਾਨੂੰ ਸਾਡੀ ਲੀਗਲ ਟੀਮ ਐਡਵਾਈਜ਼ ਕਰੇਗੀ ਉਸ ਹਿਸਾਬ ਨਾਲ ਅਸੀਂ ਜਾਵਾਂਗੇ। ਦੇਖੋ ਗੱਲ ਇਹ ਹੈਗੀ ਜੀ ਕਿ ਜਿਸ ਵਕਤ ਦੀਵਾ ਬੁੱਝਣ ਵਾਲਾ ਹੁੰਦਾ ਹੈ ਨਾ, तो लाइट बड़ी होती चाह जाता है, ये दीवे बुझण वाले हैं। इस वास्ते इन्हें कहा भी मुफ्त दे विच माले मुफ्त दिले बहराम जिन्नियां प्रेस कांफ्रेंसां कर लो, उस तो बाद पता नहीं तुसीं मूँह लाना नहीं लाना जी। कमाल करते पे हो, ये साल लंघ जाए, असीं साबित करना है इलीगल इलैक्शन है, असीं साबित करना है पुलिस नाल एडमिनिस्ट्रेशन दे जोर नाल इलैक्शन जिते, असीं साबित करना है ਜਿਹੜੀ ਇਲੈਕਸ਼ਨ ਦਾ ਟਾਈਮ ਡਿਊਰੇਸ਼ਨ ਸ਼ੁੱਡ ਨਾਟ ਬੀ ਮੋਰ ਦੈਨ 60 ਮਿੰਟਸ, ਇਹਨਾਂ ਨੇ ਲਾਤੇ ਉਹਦਾ ਨਾ ਕਿ 1440 ਮਿੰਟ। ਅਗਰ ਇਹਨੂੰ ਸਾਬਤ ਕਰਦੇ ਕਰਦੇ 2 ਸਾਲ ਨਿਕਲ ਗਏ ਤਾਂ ਅਗਲੀ ਇਲੈਕਸ਼ਨ ਵੀ ਫਿਰ ਤਾਂ ਖਰਾਬ ਹੋ ਜਾਏਗੀ। ਖਰਾਬ ਕਿਉਂ ਹੋਏਗੀ? ਜਿਹੜਾ ਬਣੇਗਾ 2 ਸਾਲ ਪੂਰਾ ਕਰੇਗਾ, ਖਰਾਬ ਕਿਉਂ ਹੋਏਗੀ? ਜਦ ਇਹ ਇਲੀਗਲ ਚਲੀ ਜਾਏਗੀ, ਇਲੀਗਲ ਹੋ ਜਾਏਗੀ, ਉਸ ਤੋਂ ਬਾਅਦ ਫਿਰ ਟਰਮ ਸ਼ੁਰੂ ਹੋਏਗੀ ਜਿਹੜੀ ਐਗਜ਼ੈਕਟਿਵ। ਮੈਂ ਕਹਿ ਰਿਹਾ ਲਟਕਦਾ ਰਿਹਾ ਜਿੱਦਾਂ ਕੋਰਟ ਦੀ ਹੈਗੀ ਕਿ ਮਾਮਲੇ ਲਟਕਦਾ, ਉਹ ਕੋਈ ਗੱਲ ਨਹੀਂ, ਲਟਕਣ ਦਿਓ। जितना लटकेगा उतनी डकैतियां चोरियां अगला लफज नहीं वरतना चाहता। कोर्ट में तय नहीं कर सकते कि 2 महीने की टैनोर है तो ये डेट शॉर्ट कटाई है। देखो गल है जी, असीं ते लड़ नहीं सकते, जेडे वकील बैठे हुए हैं इतने तगड़े साडे, असीं उन्होंने थोड़ी कह सकते हैं भाई तुसीं ये नहीं कीता। पहले जज साहब ने अपनियां शार्ट टर्म डेट दित्तियां, कोई भी डेट 2 हफ्ते तो बाद नहीं दित्ती। ਇਹ ਹੈਗਾ ਕਿ ਇਹ 4 ਹਫ਼ਤੇ ਦਾ ਤੇ ਨੋਟਿਸ ਹੋ ਗਿਆ, ਫਿਰ ਨੋਟਿਸ ਤੋਂ ਬਾਅਦ ਉਹਨਾਂ ਦਾ ਜਵਾਬ ਆਉਣਾ ਹੈ, ਜਵਾਬ ਦਾ ਫਿਰ ਅਸੀਂ ਵਾਜਬ ਜਵਾਬ ਦੇਣਾ ਹੈ। 15-20 ਦਿਨ डिले ਕੀਤੀ है साढ़े हिसाब से। हाँ हाई कोर्ट कोई ना 1 महीना तो छुट्टियां भी हैगियां। सर जी ये एक बहुत बड़ा भेद है जिसको मैं प्रेस में जाहिर नहीं करना चाहता। बस हमारी देखिए, एक मेरी बात सुनो, सबसे बड़ी बात यह है, ये दूसरा केस है जो इलेक्शन पिटीशन जो है हाई कोर्ट में एडमिट हुई है, बस इससे बड़ी बात नहीं है। निकल के आया जी दिल्ली कमेटी दे प्रधान ते सकत्तर ते बाकी जिहड़े सन बंदे इन्हां दे वांदर सेना जिहड़ी सी, ये तकरीबन मीटिंग होने दे 1 घंटे बाद पहुंचे न। पहुंचने तो बाद ये उत्थे बैठे अपनी स्पीच खत्म करके बाहर चले गए। बाहर जाने तो बाद अंदर गल कर रहे हैं असीं सपोर्ट करते हाँ, बाहर आके झूठ बोल रहे हैं, कुफर तोल रहे हैं। हुण जिहड़ियां अगलियां गल्लां कहियां मैं अपनी जबान नहीं खराब करना चाहता, मैं पुछना चाहता जब असीं बैठे हुए सां तुहानूं इतराज सी ते आए क्यों? विड्रा कर जांदे, प्रोटेस्ट कर जांदे। और जिहड़ी इनफॉर्मेशन मेरे कोल हैगी, मेरे सोर्स के मुताबिक इन्हां नूं निक ऑफ टाइम जथेदार ने कहा जाओ मीटिंग डन कर दो। आई डोंट सी एनी चांस कि श्रोमणी कमेटी ने इन्होंने इनवाइट किया हो, पर किया हो तो होवे कोई नहीं, पर मेरी इनफॉर्मेशन है, मेरा सोर्स है। बाकी उत्थे जाके प्रेस कॉन्फ्रेंस करते पे हो, किस गल दी करते पे हो? मतलब कोई गल तो रहन दो ना, बिल्कुल। तुसी उत्थे होया की है? कल उस जिहड़ी कन्वेंशन हुई है तुहाडे च कई चेहरे मैं देखा उत्थे, तुसीं दसो ना कन्वेंशन कितनी कामयाब गई है? सिख कौम के इतिहास दे विच घट्टो घट्ट 22 ते 18 40 साल बाद पंथक धिरां 85% उत्थे इकट्ठियां होकर बैठियां ते उन्होंने विचार वटांदरा किया है। इस तो बाद प्राप्ति होर की हो सकती है?